हाँ जी, मालवा बर्ड लाइव चैनल ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਅੱਜ ਦੀ ਜਾਣਕਾਰੀ ਬਹੁਤ ਹੀ ਦੁਖਦਾਈ ਹੈ ਤੁਹਾਡੇ ਸਾਰੇ ਭੈਣ ਭਰਾਵਾਂ ਲਈ, ਕਿਉਂਕਿ ਅਸੀਂ ਜਿਹੜੀ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਨਾਲ ਥੋੜੀ ਜੀ ਵਾਰਤਾਲਾਪ ਕੀਤੀ ਸੀ। ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੀ ਹੈ, ਸਾਡਾ ਜਿਹੜਾ ਚੈਨਲ ਹੈ ਉਸ ਦੇ ਕਈ ਰਿਪੋਰਟਰ ਜਿਹੜੇ ਭੈਣ ਭਰਾ ਹੈ ਉਹ ਸੀਐਮ ਭਗਵੰਤ ਮਾਨ ਜੀ ਨਾਲ 24 ਘੰਟੇ ਨਾਲ ਹੁੰਦੇ ਨੇ, ਸਾਥ ਦਿੰਦੇ ਨੇ। ਕੋਈ ਵੀ ਨਵੀਂ ਚੀਜ਼ ਉਹ ਡਿਵੈਲਪ ਕਰ ਰਹੇ ਨੇ ਜਾਂ ਫਿਰ ਕੁਝ ਵੀ ਉਦਘਾਟਨ ਕਰ ਰਹੇ ਨੇ ਉਸ ਦਾ ਕੈਪਚਰ ਕਰਦੇ ਨੇ ਤੇ ਬੈਕ ਕੈਮਰਾ ਉਹਨਾਂ ਨੇ ਤੁਹਾਡੀ ਇਹ ਜਿਹੜੀ ਬਹੁਤ ਵੱਡਾ ਭਖਿਆ ਹੋਇਆ ਮੁੱਦਾ ਕਨਸਟੇਬਲ एग्जाम ਨੂੰ ਲੈ ਕੇ ਉਸ ਦੇ ਰਿਲੇਟਡ ਵੀ ਗੱਲਬਾਤ ਕੀਤੀ। ਕਾਫੀ ਕੰਸਰਨ ਚੱਲਿਆ ਉਹਨਾਂ ਦੇ ਵਿੱਚ। ਉਹਨਾਂ ਨੇ ਇਹ ਵੀ ਰੱਖਿਆ ਵੀ ਪੰਜਾਬ ਦੇ ਜਿਹੜੇ ਨਾਗਰਿਕ ਹੈ, ਮਤਲਬ ਕਹਿਣ ਦਾ ਭਾਵ ਬੱਚਿਆਂ ਦਾ ਤੁਹਾਡੇ ਤੇ ਇੱਕ ਵਿਸ਼ਵਾਸ ਬਣਿਆ ਹੋਇਆ ਸੀ ਕਿ ਸਾਲਾਨਾ ਭਰਤੀ ਕੱਢੀ ਆ ਪੰਜਾਬ ਪੁਲਿਸ ਦੇ ਵਿੱਚ ਕਿ ਉਹ ਬੱਚਾ ਹੁਣ ਰੁਜ਼ਗਾਰ ਲੈ ਪਾਵੇਗਾ। ਜਿਵੇਂ ਕਿ TCS ਡਿਪਾਰਟਮੈਂਟ ਵੱਲੋਂ ਆਊਟ ਆਫ ਸਿਲੇਬਸ ਕਈ ਕਹਿੰਦਾ ਆਪਾਂ ਪੇਪਰ ਕਰਾਏ ਜਾ ਰਹੇ ਨੇ, ਜਿਸ ਦੇ ਕਰਕੇ ਪੰਜਾਬ ਦਾ ਜਿਹੜਾ ਬੱਚਾ ਕੱਲਾ ਜਿਹੜਾ ਭੜਕਿਆ ਪਿਆ, ਬੱਚੇ ਨੂੰ ਨੀਂਦ ਨਹੀਂ ਆ ਰਹੀ, ਚੈਨ ਨਹੀਂ ਆ ਰਿਹਾ, ਸਟ੍ਰੈਸ ਲੈ ਕੇ ਬੈਠਾ ਕਿ ਸਾਡੀ ਨੌਕਰੀ ਹੋਰ ਜਿਹੜੀਆਂ 4 ਸਾਲਾਂ ਜਾਂ 5 ਸਾਲਾਂ ਤੱਕ ਤੁਹਾਡੀ ਜਿੰਨਾ ਚਿਰ ਤੁਹਾਡੀ ਸਰਕਾਰ ਹੈ ਜੋਬਸ ਆਉਣਗੀਆਂ ਉਦੋਂ ਤੱਕ ਬੱਚਾ ਨੌਕਰੀ ਲੈ ਸਕੇਗਾ ਜਾਂ ਨਹੀਂ। ਜੇ ਇਹੀ ਹਾਲ ਰਿਹਾ ਤਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਵੱਲੋਂ ਬੜਾ ਹੀ ਅਹਿਮ ਤਰੀਕੇ ਨਾਲ ਜਵਾਬ ਦਿੱਤਾ ਗਿਆ। ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਗਿਆ ਵੀ ਜਿਹੜੀ ਇਹ ਕਾਰਵਾਈ ਹੋਈ ਹੈ, ਮਤਲਬ ਕਹਿਣ ਦਾ ਭਾਵ ਇਹੋ ਜਿਹੀ ਘਟਨਾ ਹੋਈ ਹੈ ਬੱਚਿਆਂ ਨਾਲ, ਤਾਂ ਉਸ ਦੀ ਪੁਸ਼ਟੀ ਜ਼ਰੂਰ ਕਰਾਂਗੇ। TCS ਡਿਪਾਰਟਮੈਂਟ ਨਾਲ ਵਾਰਤਾਲਾਪ ਕਰਨਗੇ, ਕਿਉਂਕਿ ਪਿਛਲੇ ਵਾਰ ਵੀ ਜਿਹੜੀ GNDU ਵੱਲੋਂ ਗਲਤੀ ਹੋਈ ਸੀ, ਕਹਿੰਦਾ ਭਾਵ ਕੁਐਸਚਨ ਹਾਈਲਾਈਟਡ ਆ ਗਈ ਸੀ PTET ਦੇ ਐਗਜ਼ਾਮ ਦੇ ਵਿੱਚ, ਉਸ ਦੇ ਉੱਤੇ ਵੀ ਅਸੀਂ ਕਾਰਵਾਈ ਕੀਤੀ ਹੈ, ਉਸ ਦੇ ਬੰਦੇ ਫੜੇ ਹੈ ਤੇ ਉਹਨਾਂ ਬੰਦਿਆਂ ਨੂੰ ਅਸੀਂ ਅੰਦਰ ਕੀਤਾ ਤੇ ਨਾਲ ਹੀ ਨਵਾਂ ਪੇਪਰ ਕੰਡਕਟ ਕਰਾਇਆ ਸੀ ਮਹੀਨੇ ਬਾਅਦ। ਜੇ ਅਗਰ ਇਦਾਂ ਦਾ ਕੁਝ ਵੇਖਣ ਨੂੰ ਮਿਲਦਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਕੋਈ ਕਾਰਵਾਈ ਹੋਈ ਹੈ ਜਾਂ ਕਿਸੇ ਬੰਦਿਆਂ ਨੇ ਉਹਨਾਂ ਨਾਲ ਗਲਤ ਕੀਤਾ ਬੱਚਿਆਂ ਨਾਲ, ਤਾਂ ਅਸੀਂ ਉਸ 'ਤੇ ਵੀ ਇੱਕ ਕਾਰਵਾਈ ਕਰਾਂਗੇ ਤੇ ਬੱਚਿਆਂ ਦਾ ਜਿਹੜਾ ਐਗਜ਼ਾਮ ਹੈ ਉਹ ਦੁਬਾਰਾ ਕੰਡਕਟ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਜਿਵੇਂ ਕਿ ਹੁਣ PTET ਦੇ ਹੋਏ ਆ। ਬਾਕੀ ਦੋਸਤੋ, ਦੂਸਰੀ ਗੱਲ ਇਹ ਹੈ, ਉਹਨਾਂ ਨੇ ਹਜੇ ਤੱਕ ਤਾਂ ਇਹੀ ਕਾਰਵਾਈ ਦਿੱਤੀ ਹੈ ਤੇ ਦੂਸਰੀ ਗੱਲ ਉਹਨਾਂ ਨੇ ਕਿਹਾ ਪੰਜਾਬ ਪੁਲਿਸ ਦੀ ਜਿਹੜੀ ਇੱਕ ਨੌਕਰੀ ਹੈ ਬਹੁਤ ਹੀ ਅਹਿਮ ਹੈ। ਪੰਜਾਬ ਦੀ ਰੱਖਿਆ ਕਰਨੀ ਹੈ, ਇਕੱਲੀ ਇਹ ਐ ਨਹੀਂ ਕਿ ਹਰੇਕ ਯੁਵਕ ਦੀ ਰੱਖਿਆ ਕਰਨੀ, ਹਰੇਕ ਨਾਗਰਿਕ ਦੀ, ਹਰੇਕ ਘਰ-ਬਾਰ ਦੀ, ਹੈ ਨਾ ਜੀ। ਹਰੇਕ ਚੋਰਾਂ ਨੂੰ ਲੈ ਕੇ ਆਪਾਂ ਜੇਲ੍ਹਾਂ ਤੱਕ ਸਾਰੇ ਕ੍ਰਿਮੀਨਲ ਤੱਕ ਸਾਂਭਣੇ ਹੁੰਦੇ ਆ ਇਹ ਪੰਜਾਬ ਪੁਲਿਸ ਡਿਪਾਰਟਮੈਂਟ ਨੇ। ਸੋ ਇਸ ਡਿਪਾਰਟਮੈਂਟ ਵਿੱਚ ਕਹਿੰਦੇ ਅਸੀਂ ਜੇ ਅਗਰ ਐਗਜ਼ਾਮ ਈਜ਼ੀ ਵੀ ਹੋਊਗਾ ਤਾਂ ਬੱਚਿਆਂ ਨੂੰ ਕਹਿਣ ਦਾ ਭਾਵ ਨੌਕਰੀ ਜੇ ਅਗਰ ਆਸਾਨੀ ਨਾਲ ਮਿਲਦੀ ਹੈ ਤਾਂ ਕੀ ਪਤਾ ਗਲਤ ਆਨਸਰ ਵੀ ਆਪਣੀ ਇਸ ਨੌਕਰੀ ਵਿੱਚ ਆ ਸਕਦੇ ਨੇ, ਜਿਹੜੇ ਕਿ ਕ੍ਰਿਮੀਨਲਸ ਨਾਲ ਜਾਂ ਗੈਂਗਸਟਰਸ ਨਾਲ ਲਿੰਕ ਰੱਖ ਕੇ, ਹੈ ਨਾ, ਕਹਿਣ ਦਾ ਭਾਵ ਵਰਦੀ ਦੀ ਇੱਕ ਕਹਿੰਦਾ ਆਪਾਂ ਪਰਦਾ ਲੈ ਕੇ, ਵਰਦੀ ਦਾ ਪਰਦਾ ਲੈ ਕੇ ਤੇ ਵੱਡੇ ਤਕੜੇ ਕੰਮ ਕਰ ਸਕਦੇ ਨੇ, ਮਾੜੇ ਤੋਂ ਮਾੜੇ। ਸੋ ਇਸ ਕਰਕੇ ਪੇਪਰ ਨੂੰ ਥੋੜ੍ਹਾ ਜਿਹਾ ਔਖਾ ਵੀ ਹੋਣਾ ਚਾਹੀਦਾ ਤਾਂ ਕਿ ਉਹਨਾਂ ਜਿਹੜੇ ਕ੍ਰਿਮੀਨਲਸ ਜਾਂ ਫਿਰ ਗਲਤ ਆਨਸਰਾਂ ਤੋਂ ਪੇਪਰ ਜਿਹੜਾ ਹੈਗਾ ਕੁਆਲੀਫਾਈ ਨਾ ਕੀਤਾ ਜਾਵੇ। ਜਦੋਂ ਬੱਚਾ ਮਿਹਨਤ ਕਰਕੇ ਕਰੈਕ ਕਰੇਗਾ ਉਹ ਕਦੇ ਵੀ ਗਲਤ ਪਾਸੇ ਪੈਰ ਨਹੀਂ ਧਰੇਗਾ, ਨਾ ਹੀ ਉਹ ਕਿਸੇ ਤੋਂ ਰਿਸ਼ਵਤ ਲਏਗਾ, ਨਾ ਹੀ ਉਹ ਕਿਤੇ ਕਰਪਸ਼ਨ ਕਰਨ ਦੀ ਕੋਸ਼ਿਸ਼ ਕਰੇਗਾ, ਨਾ ਹੀ ਕਿਸੇ ਨਸ਼ੇ ਜਾਂ ਕਿਸੇ ਮਹਿੰਗੀਆਂ ਚੀਜ਼ਾਂ ਦੇ ਥੱਲੇ ਆ ਕੇ, ਕੋਈ ਪ੍ਰੈਸ਼ਰ ਦੇ ਥੱਲੇ ਆ ਕੇ ਕੋਈ ਉਹਨਾਂ ਦਾ ਕੰਮ ਮਤਲਬ ਕਿ ਗੈਰ ਕਾਨੂੰਨੀ ਨਹੀਂ ਕਰੇਗਾ। ਸੋ ਇਸੇ ਕਰਕੇ ਪੰਜਾਬ ਦੇ ਜਿਹੜੇ CM ਭਗਵੰਤ ਮਾਨ ਜੀ ਨੇ ਇਹ ਕਿਹਾ ਵੀ ਜੇ ਅਗਰ ਕੁਛ ਉਹਨਾਂ ਦਾ ਸਿਲੇਬਸ ਆਊਟ ਆਫ ਮਤਲਬ ਕਿ ਆਇਆ ਹੈ ਤਾਂ ਅਸੀਂ ਉਸ 'ਤੇ ਕਾਰਵਾਈ ਕਰਾਂਗੇ, ਅਸੀਂ ਜ਼ਰੂਰ ਉਸ ਦਾ ਫੈਸਲਾ ਕਰਾਂਗੇ। ਅਗਲੇ ਐਗਜ਼ਾਮਾਂ ਤੱਕ ਅਸੀਂ ਸ਼ਾਇਦ ਇਸ ਦੇ ਉੱਤੇ ਠੱਲ ਪਾਵਾਂਗੇ ਵੀ ਅਸੀਂ ਜਿਹੜਾ ਸਿਲੇਬਸ ਉਹਨਾਂ ਨੇ ਅਲਾਉ ਕੀਤਾ ਸੀ ਉਸ ਦੇ ਵਿੱਚੋਂ ਹੀ ਆਵੇ, ਜਾਂ ਫਿਰ ਇਸ ਸਿਲੇਬਸ ਨੂੰ ਕਹਿੰਦੇ ਭਾਵ ਹੁਣ ਦੁਬਾਰਾ ਚੇਂਜ ਕਰਾਂਗੇ। ਜੇ ਅਗਰ ਉਹਨਾਂ ਨੇ ਚਾਹਿਆ ਤਾਂ ਇਸ ਦੇ ਸਿਲੇਬਸ ਦੀ ਵੀ ਮਤਲਬ ਕਿ ਨਵੀਂ ਹੁਣ ਕਹਿੰਦਾ ਭਾਵ ਸਿਲੇਬਸ ਰਿਲੀਜ਼ ਕਰਾਂਗੇ। ਜੇ ਅਗਰ ਚਾਹਿਆ ਜੇ ਉਹਨਾਂ ਨੇ ਪੰਜਾਬ ਦੇ TCS ਡਿਪਾਰਟਮੈਂਟ ਨਾਲ ਹਜੇ ਵਾਰਤਾਲਾਪ ਚੱਲ ਰਹੀ ਹੈ ਉਹਨਾਂ ਦੀ, ਕਹਿੰਦੇ ਅਸੀਂ ਜ਼ਰੂਰ ਚਿੱਠੀ ਕਰਾਂਗੇ, ਬੈਠਕ ਕਰਾਂਗੇ। ਤੇ ਦੂਸਰੀ ਗੱਲ, ਜੇ ਅਗਰ ਮੈਨੂੰ ਕੋਈ ਹੋਰ ਨਵੀਂ ਵੇਖਣ ਨੂੰ ਮਿਲੀ ਤਾਂ ਤੁਹਾਡੇ ਚੈਨਲ 'ਤੇ ਤੁਹਾਨੂੰ ਪਹਿਲ ਦੇ ਆਧਾਰ 'ਤੇ ਮਿਲੇਗੀ। ਤੇ ਇੱਕ ਮੇਰੇ ਦੋਸਤੋ ਗੱਲ ਬੇਨਤੀ ਇਹ ਹੈ, ਇਹ ਚੀਜ਼ ਨੂੰ ਕਦੇ ਨੈਗੇਟਿਵ ਨਾ ਲੈ ਕੇ ਜਾਈਓ, ਕਿਉਂਕਿ ਨੈਗੇਟਿਵ ਲੈ ਕੇ ਜਾਓਗੇ ਤੁਹਾਡੇ ਨਾਲ ਹੋਰ ਵੀ ਸਰਕਾਰਾਂ ਸਾਥ ਦੇਣਗੀਆਂ, ਤੁਹਾਡੀਆਂ ਨੌਕਰੀਆਂ ਖਰਾਬ ਕਰਨਗੀਆਂ। ਕਿਉਂਕਿ ਭਗਵੰਤ ਮਾਨ ਜੀ ਵੱਲੋਂ ਸਾਰੇ ਸਟੈਪ ਸਹੀ ਲਏ ਜਾ ਰਹੇ ਨੇ। ਜਿਹੜੇ ਗਲਤ ਆਨਸਰ ਹੈ ਉਹਨਾਂ ਵੱਲੋਂ ਹੀ ਪਿਛਲੇ ਸਾਲ ਕਈ ਐਗਜ਼ਾਮਾਂ ਦੇ ਵਿੱਚ ਘਪਲੇ ਕੀਤੇ ਗਏ। ਹੁਣ PSSB ਦਾ ਪੇਪਰ ਕਿੱਡਾ ਸੌਖਾ ਆਇਆ, ਉਸ ਦੇ ਵਿੱਚ ਕੋਈ ਹੱਥ ਨਹੀਂ ਸੀ ਕਿਸੇ ਗਲਤ ਆਨਸਰ ਦਾ। ਕੱਲੀ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਤੇ PTET ਜਿਹੜੀ ਕਿ ਟੀਚਰਾਂ ਦੀ, ਇਹ ਦੋ ਭਰਤੀਆਂ ਅਹਿਮ ਰੱਖਦੇ ਆ ਪੰਜਾਬ ਦੇ ਵਿੱਚ, ਕਿਉਂਕਿ ਇਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਹਰੇਕ ਘਰ ਵਿੱਚ ਬੱਚੇ ਦਾ ਕਹਿੰਦੇ BA ਕੀਤੀ ਹੈ, ਗ੍ਰੈਜੂਏਸ਼ਨ ਕੀਤੀ ਹੈ, ਉਹ ਸਿਰਫ ਦੋ ਹੀ ਭਾਗਾਂ ਵੱਲ ਭੱਜਦਾ, ਇੱਕ ਤਾਂ ਐਜੂਕੇਸ਼ਨ ਡਿਪਾਰਟਮੈਂਟ ਵੱਲ, ਇੱਕ ਭੱਜਦਾ ਪੰਜਾਬ ਪੁਲਿਸ ਮਹਿਕਮੇ ਵੱਲ। ਇਹੀ ਦੋ ਡਿਪਾਰਟਮੈਂਟ ਜਿਹੜੇ ਮੇਨ ਨੇ ਜਿਸ ਦੇ ਵਿੱਚ ਵੱਧ ਆਬਾਦੀ ਵਿੱਚ ਬੱਚਾ ਭਰਤੀਆਂ ਭਰਦਾ। ਇੱਥੋਂ ਹੀ ਖਰਚਾ ਇਕੱਠਾ ਹੁੰਦਾ ਪੰਜਾਬ ਨੂੰ ਤੇ ਪੰਜਾਬ ਦੀ ਸਰਕਾਰਾਂ ਨੂੰ, ਜਿਸ ਦੇ ਵਿੱਚ ਬੱਚੇ ਦਾ ਸਾਰਾ ਅਲਾਊਂਸ ਵਗੈਰਾ ਲੈ ਕੇ ਕਹਿੰਦਾ ਆਪਾਂ ਭਰਤੀ ਦੀ ਸਟਾਰਟਿੰਗ ਤੋਂ ਲੈ ਕੇ ਭਰਤੀ ਦੀ ਐਂਡਿੰਗ ਤੱਕ ਜਿਹੜਾ ਸਾਰਾ ਖਰਚਾ ਇਸ ਭਰਤੀਆਂ ਦੇ ਫਾਰਮ ਭਰਨ ਤੋਂ ਹੀ ਨਿਕਲਦਾ। ਸੋ ਇਸੇ ਕਰਕੇ ਪਿਛਲੇ ਜਿਹੜੀਆਂ ਸਰਕਾਰਾਂ ਉਹ ਪੰਗਾ ਲੈ ਰਹੀਆਂ, ਠੀਕ ਹੈ ਜੀ, ਜਿਸ ਕਰਕੇ ਤੁਹਾਡਾ ਜਿਹੜਾ ਫਿਊਚਰ ਉਹ ਬੇਰੁਜ਼ਗਾਰੀ ਵੱਲ ਤੋਰ ਰਹੀਆਂ ਪਿਛਲੀਆਂ ਸਰਕਾਰਾਂ। ਹੁਣ ਵਾਲੀ ਸਰਕਾਰ ਜਦੋਂ ਕੋਈ ਨਵਾਂ ਸਟੈਪ ਚੱਕਦੀ ਹੈ ਤਾਂ ਗਲਤ ਜਿਹੜੇ ਆਨਸਰ ਹੈ ਉਹ ਵਿੱਚ ਰਲ ਕੇ ਇਸ ਚੀਜ਼ ਨੂੰ ਖਰਾਬ ਕਰਦੇ ਆ। ਕਦੇ ਵੀ ਕਨਸਟੇਬਲ ਦਾ ਪੇਪਰ ਤੁਸੀਂ 21 ਤੋਂ ਲੈ ਕੇ 22 ਤੱਕ ਫਰੋਲ ਲਵੋ, ਕਦੇ ਵੀ ਏਡਾ ਔਖਾ ਪੇਪਰ ਨਹੀਂ ਆਇਆ। 23 ਦੇ ਵਿੱਚ ਕਿਉਂ ਆਇਆ? ਕਿਉਂਕਿ ਸਰਕਾਰ ਇਹਨਾਂ ਦੀ ਸੀ, ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਜਿਸ ਕਰਕੇ ਇਹਨਾਂ ਨੇ ਬਦਲਾ ਲਿਆ, ਠੀਕ ਹੈ ਜੀ।
ਪਿਛਲੀ ਵਾਰ GNDU ਦਾ ਪੇਪਰ ਜਿਹੜਾ ਹਾਈਲਾਈਟਡ ਆਇਆ, ਜਿਹੜਾ ਕਹਿਣ ਦਾ ਭਾਵ ਤੁਹਾਨੂੰ ਦੱਸਿਆ ਸੀ, ਵਾਰਤਾਲਾਪ ਕੀਤੀ PTET ਦਾ। ਹੁਣ ਇਸ ਵਾਰ ਤੁਹਾਡੇ ਨਾਲ ਇਹ ਧੱਕਾ ਹੋ ਗਿਆ। ਸਬ ਇੰਸਪੈਕਟਰ ਦਾ ਪੇਪਰ ਕਿਉਂ ਨਹੀਂ ਹਾਈਲਾਈਟਡ ਕੁਛ ਹੋਇਆ ਇੱਦਾਂ ਦਾ? ਕਿਉਂਕਿ ਉਸ ਪੇਪਰ ਦੇ ਵਿੱਚ ਪੂਰੀ ਕਾਰਵਾਈ ਹੋ ਰਹੀ ਸੀ, ਪੂਰੀ ਮਤਲਬ ਪ੍ਰੋਪਰ ਚੈਕਿੰਗ ਸੀ। ਕਹਿਣ ਦਾ ਭਾਵ ਸਾਰਾ ਮਤਲਬ ਕਿ ਜਿਹੜੇ ਪਹਿਲੇ ਪੇਪਰਾਂ ਦੇ ਵਿੱਚ ਪੂਰੀ ਦੇਖ ਰੇਖ ਸੀ। ਕੌਂਸਟੇਬਲ ਦੀ 2.5 ਲੱਖ ਭਰਤੀ ਹੋਣ ਕਰਕੇ ਇਹਨਾਂ ਨੇ ਕਿਹਾ ਵੱਡਾ ਘਪਲਾ ਕੀਤਾ ਜਾਵੇ ਤਾਂ ਕਿ ਬੱਚੇ ਜਿਹੜੇ ਕੌਂਸਟੇਬਲ ਹੈ 2,58,000 ਬੱਚਾ ਭੜਕੇ। ਜੇ ਇੰਨਾ ਬੱਚਾ ਭੜਕ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਉਲਟ ਚੱਲੇਗਾ ਤਾਂ ਉਹਨਾਂ ਦੀਆਂ ਸਰਕਾਰਾਂ ਨੂੰ ਇੱਕ ਅਹਿਮ ਮੌਕਾ ਮਿਲੇਗਾ ਅੱਗੇ ਆਉਣ ਦਾ ਤੇ ਆਪਣੀ ਜਿਹੜੀ ਕਹਿਣ ਦਾ ਭਾਵ ਰੁਤਬਾ ਉੱਚਾ ਕਰਨ ਦਾ। ਸੋ ਇਸੇ ਕਰਕੇ ਇਹ ਚੀਜ਼ਾਂ ਖੇਡੀਆਂ ਜਾ ਰਹੀਆਂ ਨੇ। ਤੁਹਾਨੂੰ ਪਤਾ ਹੈ ਪਿਛਲੀਆਂ ਨੇ ਕਰਪਸ਼ਨ ਕੀਤੀ ਹੈ, ਪੈਸੇ ਨਿਰੇ ਉਹਨਾਂ ਕੋਲ, ਉਹਨਾਂ ਨੇ ਪੈਸੇ ਲਗਾ ਕੇ ਡਿਪਾਰਟਮੈਂਟ ਦੇ ਬੰਦਿਆਂ ਤੇ ਇਹੋ ਜਿਹੇ ਐਗਜ਼ਾਮੀਨਰਾਂ ਤੇ ਕਹਿਣ ਦਾ ਭਾਵ ਕਾਰਵਾਈ ਕਰਾਵਾਂਗੇ। ਹੁਣ ਹੌਲੀ ਹੌਲੀ ਪੁਸ਼ਟੀ ਹੋ ਰਹੀ ਹੈ ਦੋਸਤੋ, ਜਿਵੇਂ ਕਿ ਕਰਪਟਡ MLA ਫੜੇ ਆ ਉਵੇਂ ਹੀ ਇਹ ਚੀਜ਼ਾਂ ਫੜੀਆਂ ਜਾਣਗੀਆਂ। ਤੁਸੀਂ ਘਬਰਾਓ ਨਾ, ਤੁਸੀਂ ਪੇਪਰ ਦੀ ਤਿਆਰੀ ਕਰੋ। ਇਸ ਸਾਲ ਨਹੀਂ ਤਾਂ ਅਗਲੇ ਸਾਲ ਤੱਕ ਤੁਹਾਡਾ ਕਰੈਕ ਹੋ ਜਾਣਾ। ਜਿਹੜੇ ਮੇਰੇ ਭੈਣ ਭਰਾਵਾਂ ਦੀ ਤਿਆਰੀ ਵਧੀਆ ਸੀ, ਜਿਨ੍ਹਾਂ ਨੇ ਵਧੀਆ ਪੇਪਰ ਦੇ ਕੇ ਆਂਦਾ, ਕੀ ਪਤਾ ਪਰਸੈਂਟੇਜ ਘੱਟ ਹੋ ਜਾਵੇ, ਉਹਨਾਂ ਦਾ ਵੀ ਕਰੈਕ ਹੋ ਜਾਵੇ। ਪਰਸੈਂਟੇਜ ਕਈ ਵਾਰ ਘੱਟ ਜਾਂਦੀ ਹੈ। ਜੇਕਰ ਮੰਨ ਲਾ 100 ਬੱਚਿਆਂ ਨੇ ਪੇਪਰ ਕਹਿਣ ਦਾ ਭਾਵ ਦਿੱਤਾ ਹੀ 30-40 ਨੰਬਰ ਦਾ ਹੈ, ਵਧੀਆ ਕੀਤਾ ਹੈ, ਤੇ ਬਾਕੀ ਜਿਹੜੇ ਤੁੱਕੇ ਲਾਏ 50 ਨੰਬਰ ਮੰਨ ਕੇ ਚੱਲੋ, ਠੀਕ ਹੈ 100 ਬੱਚਿਆਂ 'ਚੋਂ, ਤੇ ਐਵਰੇਜ ਹੀ 50 ਚਲੀ ਗਈ, ਫਿਰ ਬੱਚੋ ਤੁਹਾਡਾ ਕੁਆਲੀਫਾਈ ਆਰਾਮ ਨਾਲ ਹੋ ਜਾਣਾ। ਘਬਰਾਓ ਨਾ ਤੁਸੀਂ। ਜੇਕਰ ਦੇਖੋ ਹਜੇ ਕਹਿੰਦੇ ਆ ਨਾ ਦੇਰ ਆਏ ਦਰੁਸਤ ਆਏ, ਕੀ ਪਤਾ ਚੰਗਾ ਹੀ ਹੋਵੇ ਤੁਹਾਡੇ ਲਈ। ਇਹ ਵੀ ਚੀਜ਼ ਕਈ ਵਾਰ ਮਾੜੇ 'ਚ ਵੀ ਚੰਗਾ ਹੀ ਲਿਖਿਆ ਹੁੰਦਾ ਤੁਹਾਡੇ ਵਿੱਚ। ਕਈ ਵਾਰ ਤੁਹਾਡਾ ਦਾਣਾ ਪਾਣੀ ਜਿੱਥੇ ਲਿਖਿਆ ਤੁਸੀਂ ਆਖਿਰ ਤੇ ਉੱਥੇ ਪਹੁੰਚ ਹੀ ਜਾਣਾ ਹੈ, ਠੀਕ ਹੈ ਜੀ। ਮੈਂ ਉਹ ਵੀ ਦੇਖਿਆ ਜਿਹੜੇ ਭੈਣ ਭਰਾ 30-30 40-40 ਸਾਲਾਂ ਦੇ ਹੋ ਗਏ, ਹੁਣ ਕੈਨੇਡਾ 'ਚ ਬਹਿ ਕੇ ਆਪਣੀ ਵੈਲ ਸੈਟਲਡ ਲਾਈਫ ਇੰਜੋਏ ਕਰ ਰਹੇ ਨੇ। ਇੱਥੇ ਉਹਨਾਂ ਨੇ 30-30 40 ਸਾਲ ਉਹਨਾਂ ਨੇ ਮਤਲਬ ਕਹਿਣ ਦਾ ਭਾਵ ਗੱਲ ਇਹ ਸੀਗੇ, ਕਾਰਨ ਕੀ ਸੀ, ਉਹਨਾਂ ਦੀ ਲਾਈਫ ਦੇ ਵਿੱਚ ਰੋਟੀ ਪਾਣੀ ਬਾਹਰ ਹੀ ਲਿਖਿਆ ਸੀ। ਸੋ ਉਹ ਬਾਹਰ ਪਹੁੰਚ ਗਏ। ਤੁਹਾਨੂੰ ਇੱਥੇ ਰੱਖਿਆ ਰੱਬ ਨੇ ਕਿਸੇ ਮਕਸਦ ਨਾਲ ਹੀ ਰੱਖਿਆ, ਠੀਕ ਹੈ ਜੀ। ਜਿਸ ਕਰਕੇ ਤੁਸੀਂ ਇੱਥੇ ਤਿਆਰੀ ਕਰ ਰਹੇ ਹੋ, ਮਿਹਨਤ ਕਰ ਰਹੇ ਹੋ, ਮਾਪਿਓ ਦੇ ਨਾਲ ਸਮਾਂ ਗੁਜ਼ਾਰ ਰਹੇ ਹੋ। ਕੀ ਪਤਾ ਤੁਹਾਡੀ ਜ਼ਿੰਦਗੀ 'ਚ ਵੱਡਾ ਲਿਖਿਆ, ਬਸ ਮਿਹਨਤ ਨਾ ਛੱਡਿਓ। ਜੇ ਤੁਸੀਂ ਮਿਹਨਤ ਛੱਡ ਕੇ ਕਿਸਮਤ ਦੇ ਭਰੋਸੇ ਰਹਿ ਗਏ ਤਾਂ ਬਿਲਕੁਲ ਕਦੇ ਕਿਤੇ ਨਹੀਂ ਪਹੁੰਚ ਸਕਦੇ। ਮਿਹਨਤ ਜਾਰੀ ਰੱਖਣਾ, ਕੰਟੀਨਿਊਟੀ ਰੱਖਣੀ ਹੈ। ਵੀ ਜੋ ਵੀ ਤੁਹਾਨੂੰ ਐਗਜ਼ਾਮ ਦੇਖਣ ਨੂੰ ਮਿਲਦਾ, ਵੀ ਲੱਗਦਾ ਵੀ ਹਾਂ ਮੇਰੇ ਤੋਂ ਇਹ ਐਗਜ਼ਾਮ ਕੁਆਲੀਫਾਈ ਹੋ ਜਾਵੇਗਾ, ਇਹ ਸਿਲੇਬਸ ਮੇਰੇ ਪੰਜਾਬ ਪੁਲਿਸ ਦੇ ਸਿਲੇਬਸ ਨਾਲ ਰਲਦਾ ਮਿਲਦਾ, ਮੈਂ ਇਸ ਨੂੰ ਭਰ ਦੇਣਾ। ਕੋਈ ਫਾਲਤੂ ਦੇ ਐਗਜ਼ਾਮ ਨਾ ਭਰਿਓ ਜਿੱਥੇ ਤੁਹਾਨੂੰ ਪਤਾ ਹੈ ਸਾਡੀ ਨਹੀਂ ਹੋਣੀ ਕੁਆਲੀ, ਐਵੇਂ ਆਪਦੇ ਪੈਸੇ ਗਾਲਣ ਦੀ ਲੋੜ ਨਹੀਂ, ਠੀਕ ਹੈ। ਬਾਕੀ 2006 ਤੁਹਾਨੂੰ ਪਤਾ ਹੀ ਹੈ 24 'ਚ 25 'ਚ ਅਤੇ 26 'ਚ ਰਿਟਾਇਰਮੈਂਟ ਰੇਟ ਜ਼ਿਆਦਾ ਹੈ, ਅਤੇ ਉਦੋਂ ਜ਼ਿਆਦਾ ਤੋਂ ਜ਼ਿਆਦਾ ਭਰਤੀਆਂ ਨਵੀਆਂ ਕੱਢਣੀਆਂ, ਜਿਸ ਦੇ ਵਿੱਚ ਏਜ ਫੈਕਟਰ ਨੂੰ ਵੀ ਮੇਨ ਰੱਖਿਆ ਜਾਣਾ, ਅਤੇ ਸਟੱਡੀ ਜਿਹੜਾ ਤੁਹਾਨੂੰ ਦੱਸਿਆ ਵੀ +2 ਜਿਹੜੇ ਬੇਸਡ ਹੈ ਉਹਨਾਂ ਨੂੰ ਵੀ ਜ਼ਿਆਦਾ ਰੱਖਿਆ ਜਾਣਾ ਹੈ। ਕਿਉਂਕਿ ਉਸ ਦਾ ਕਾਰਨ ਇਹ ਹੈ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਤੋਂ ਕਈ ਅਨਐਮਪਲੋਇਮੈਂਟ ਚੱਲ ਰਹੀ ਹੈ। ਬਹੁਤ ਸਾਰੇ ਭੈਣ ਭਰਾ ਜਿਹੜੇ ਵਿਹਲੇ ਬੈਠੇ ਨੇ, ਘਰਾਂ ਦੇ ਵਿੱਚ ਰੁਜ਼ਗਾਰ ਇਕੱਲੇ ਖੋਲ੍ਹੀ ਬੈਠੇ ਨੇ, ਉਹਨਾਂ ਨੂੰ ਗੌਰਮੈਂਟ ਜੋਬ ਦੀ ਜ਼ਰੂਰਤ ਹੈ, ਉਹ ਤਿਆਰ ਬੈਠੇ ਨੇ। ਬਟ ਠੀਕ ਹੈ ਜੀ, ਘਬਰਾਓ ਨਾ। ਤੁਹਾਡੇ ਵਰਗੇ ਹੋਰ ਵੀ ਬਹੁਤ ਭੈਣ ਭਰਾ ਇੱਥੇ ਮਤਲਬ ਕਹਿਣ ਦਾ ਭਾਵ ਸੜਕਾਂ 'ਤੇ ਤੁਹਾਨੂੰ ਮਿਲ ਜਾਣਗੇ, ਬਟ ਤੁਸੀਂ ਆਪਣੀ ਮਿਹਨਤ ਜਾਰੀ ਰੱਖਣੀ ਹੈ, ਉਹਨਾਂ ਤੋਂ ਅੱਗੇ ਨਿਕਲਣਾ ਆਪਾਂ, ਠੀਕ ਹੈ। ਇਹ ਸੋਚਣਾ ਹਮੇਸ਼ਾ ਤੁਹਾਡੇ ਨਾਲ ਰੇਸ ਤੁਹਾਡੇ ਨਾਲ ਦੇ ਬੰਦੇ ਦੀ ਹੈ, ਨਾ ਕਿ ਤੁਹਾਡੇ ਸਾਰੇ ਵਰਲਡ ਨਾਲ ਹੈ, ਠੀਕ ਹੈ ਜੀ। ਤੁਸੀਂ ਜਿੱਤਣਾ, ਤੇ ਜੇ ਤੁਸੀਂ ਜਿੱਤਣਾ ਤਾਂ ਅੱਜ ਤੋਂ ਹੀ ਮਿਹਨਤ ਸ਼ੁਰੂ ਕਰ ਦਿਓ। ਸੋ ਮਿਲਦੇ ਹਾਂ ਅਗਲੀ ਵੀਡੀਓ। ਧੰਨਵਾਦ। ਲਾਈਕ ਜਰੂਰ ਸਬਸਕ੍ਰਾਈਬ ਕਰਿਓ। ਜੈ ਹਿੰਦ।